ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਕਿਸਾਨਾਂ ਨੂੰ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ, ਉਸ ਦੀ ਜਿੱਥੇ ਆਪ ਸਭ ਨੂੰ ਵਧਾਈ ਮੁਬਾਰਕਬਾਦ ਦੇਣੀ ਬਣਦੀ ਹੈ। ਆਪ ਸਾਰਿਆਂ ਨੇ ਤਕੜੇ ਹੋ ਕੇ ਉਸ ਲੜਾਈ ਨੂੰ ਲੜਿਆ ਹੈ। ਵੱਡੀ ਪੱਧਰ ਦੇ ਉੱਤੇ ਸਾਡੇ ਉਹਨਾਂ ਸ਼ਹੀਦਾਂ ਯੋਧਿਆਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਇਸ ਮੋਰਚੇ ਨੂੰ ਮਜ਼ਬੂਤੀ ਦਿੱਤੀ ਔਰ ਅੱਜ ਮੋਰਚਾ ਜਿੱਤਿਆ ਗਿਆ। ਜਿੰਨਾ ਜਿੱਤਿਆ ਹਜੇ ਪੂਰਾ ਨਹੀਂ ਜਿੱਤਿਆ ਗਿਆ, ਭਾਵੇਂ ਹਜੇ 50% ਮੋਰਚਾ ਜਿੱਤਿਆ ਗਿਆ। ਇਹਦਾ ਵੀ ਸਿਰਾ ਸਾਡੇ ਉਹਨਾਂ ਸ਼ਹੀਦਾਂ ਨੂੰ ਜਾਂਦਾ ਹੈ, ਜਾਂ ਸਾਡੇ NRIs ਵੀਰਾਂ ਨੂੰ ਜਾਂਦਾ ਹੈ, ਜਾਂ ਸਾਡੇ ਉਹਨਾਂ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ, ਜਾਂ ਹਰ ਉਸ ਵਿਅਕਤੀ ਨੂੰ ਜਾਂਦਾ ਹੈ ਜਿਨੇ ਸਾਡੇ ਇਸ ਮੋਰਚੇ ਨੂੰ ਤਕੜਾ ਕੀਤਾ ਤੇ ਮਜ਼ਬੂਤ ਕੀਤਾ ਹੈ। ਪਿਆਰੇ ਦੋਸਤੋ, ਆਪਾਂ 3 ਕਾਨੂੰਨਾਂ ਦੀ ਲੜਾਈ ਲੜਦੇ ਸੀ। 3 ਕਾਨੂੰਨਾਂ ਦੀ ਲੜਾਈ ਲੜਨ ਦਾ ਜਿਹੜਾ ਮੁੱਖ ਕਾਰਨ ਸੀ, ਆਪਾਂ ਇਹ ਗੱਲ ਸਮਝਦੇ ਸੀ ਕਿ ਲੁਕਵੇਂ ਢੰਗ ਦੇ ਨਾਲ ਭਾਰਤ ਸਰਕਾਰ ਸਾਡੀ MSP ਨੂੰ ਖੋਣ ਲੱਗੀ ਹੋਈ ਹੈ, MSP ਖੋਣ ਦੀ ਤਿਆਰੀ 'ਚ ਹੈ। जिस तरीके दे नाल मंडियां खत्म होणियां, मंडियां खत्म करके FCI ਨੂੰ खत्म करना थी, FCI खत्म होने तो बाद साडी MSP अपने आप खत्म हो जानी सी। ਉਹਦੇ ਤੇ ਆਪਾਂ ਤਕੜੇ ਹੋ ਕੇ ਲੜੇ ਆ, ਉੱਥੇ ਨੱਕਾ ਲਾਇਆ, ਉਹਨੂੰ ਰੋਕ ਲਿਆ ਗਿਆ ਭਾਵੇਂ, ਪਰ ਹਜੇ MSP ਦੀ ਲੜਾਈ ਬਾਕੀ ਹੈ। MSP ਦੇ ਉੱਤੇ ਆਪਾਂ ਅੰਦੋਲਨ ਜਾਰੀ ਹੈ ਦੋਸਤੋ, ਕਿਉਂਕਿ ਉਹੀ ਲੜਾਈ ਜਿਹੜੀ ਅਸੀਂ 3 ਕਾਲੇ ਕਾਨੂੰਨਾਂ ਤੇ ਲੜੀ ਹੈ, ਉਹਦਾ ਦੂਸਰਾ ਰੂਪ ਹੀ ਹੈ MSP ਦੀ ਲੜਾਈ। ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਸਾਡਾ ਪੰਜਾਬ ਗਵਰਨਮੈਂਟ ਨੇ ਐਲਾਨ ਕੀਤਾ ਸੀ ਕਿ ਏਕੜ ਦਾ 25 ਕੁਇੰਟਲ ਝੋਨਾ ਹੀ ਖਰੀਦਿਆ ਜਾਏਗਾ, ਤੇ ਜੇ 25 ਕੁਇੰਟਲ ਪ੍ਰਤੀ ਏਕੜ ਝੋਨਾ ਖਰੀਦਣ ਦੀ ਗੱਲ ਸੀ, ਇਹਦਾ ਮਤਲਬ ਕੀ ਨਿਕਲਦਾ ਹੈ कि जे किसी किसान का 30 कुंटल निकलिया, या 32 कुंटल निकलिया, या 34 कुंटल निकलिया, उपरला 7, 8, 9 कुंटल झोना किसी ने नहीं खरीदना सी। इसदा मतलब उस 9 कुंटल झोने लई तुहाडी खरीद एजेंसी, तुहाडी खरीद पॉलिसी खत्म। इस करके इन्हें आहिस्ता आहिस्ता 25 कुंटल तो अगले साल 24 कुंटल ते आउणा सी, अगले साल 23 कुंटल ते आउणा सी, अगले साल 20 कुंटल ते आउणा सी, जिस तरह हरियाणे दे विच आ रही है, राजस्थान दे विच आ रही है। सो इस करके दोस्तों ये क्यों हो रहा है सारा कुछ, इसकी मेन वजह है कि जिस गैट के खिलाफ आपां बहुत बारी ये गल कीती है कि गैट दे विचों निकल के कानून आए ने, ते उसे गैट दे विचों ये पॉलिसी निकल के आई है। गैट दे विच कहा गया है कि भारत जिन्ना भी समान खांदा, चाहे वह तेल बीज ने तेल खांदा है, चाहे उस दाल खांदा, चाहे वह सब्जियां खांदा, चाहे वह फ्रूट खांदा, चाहे वह अनाज खांदा है, ਉਹਦਾ 8% 8.5% ਬਾਹਰ ਤੋਂ ਮੰਗਾਉਣਾ ਪਏਗਾ। ਇਹ ਸਨ 2005 ਤੋਂ ਲਾਗੂ ਹੈ ਗੱਲ, ਔਰ ਹਰ ਸਾਲ ਉਹਦੇ ਨਾਲ 0.8% ਵਾਧਾ ਹੁੰਦਾ ਜਾਏਗਾ। ਔਰ ਇਹ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਜੋੜੀਏ ਤਾਂ ਲਗਭਗ 22% ਦੇ ਕਰੀਬ ਬਣਦਾ ਹੈ। ਇਹ 22% ਸਾਡਾ ਅਨਾਜ, ਸਾਡੀਆਂ ਦਾਲਾਂ, ਸਾਡਾ तेल बीज, साडियां सब्जियां, साडा फ्रूट, ये बाहर तो मंगाया जाना है, ते जिन्ना बाहर तो आना है उन्ना साडे देश के किसानां दा रुलदा जाना है। ओदी इस तरीके दे नाल इस खरीद पॉलिसी तो भजदे जाना सरकार ने। सो इसलिए साडी अपील है दोस्तों, ये भी लड़ाई उही है जो लड़ाई असीं 3 कानूनां दी लड़े हां। MSP की लड़ाई भी उही है। आप सबनों एक जानकारी देनी बनती है कि थोड़े दिनों दे विच, 1-2 दिनों दे विच जनेवा दे विच WTO की मीटिंग होने लगी है। उहदे विच भारत ते दबाव पाया जा रहा है कि जिन्ना अनाज भारत दे विच हुंदा है, उहदे विचों केवल 15% ही अनाज भारत सरकार किसानां दा खरीदे, बाकी खुली मार्केट ते छड्डे। तां इह मेरे दोस्तों, अगर असीं अज दी लड़ाई नूं ना लड़े तकड़े होके, तां सरकार तुहाडी फसल खरीदण तो भजेगी। इसलिए
ਅੱਜ ਤਕੜੇ ਹੋਵੋ। ਸਰਕਾਰ ਤੇ ਤੁਹਾਡਾ ਦਬਾਅ ਬਣਿਆ ਹੋਇਆ ਹੈ। ਜਿਸ ਤਰ੍ਹਾਂ ਦੀਆਂ ਜਿਮਨੀ ਚੋਣਾਂ ਦੀਆਂ ਇਲੈਕਸ਼ਨਾਂ ਦਾ ਰਿਜ਼ਲਟ ਮਿਲਿਆ ਬੀਜੇਪੀ ਨੂੰ, ਔਰ ਆਉਣ ਵਾਲੀਆਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਇਲੈਕਸ਼ਨਾਂ ਹੈ ਉਹਦੇ ਵਿੱਚ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਬੀਜੇਪੀ ਇਸ ਵੇਲੇ ਤੁਹਾਡੀ ਐਮਐਸਪੀ ਦੀ ਗਰੰਟੀ ਦੇਣ ਲਈ ਵੀ ਤਿਆਰ ਹੋ ਸਕਦੀ ਹੈ, ਅਗਰ ਤੁਸੀਂ ਤਕੜੇ ਹੋ ਕੇ ਲੜਦੇ ਹੋ ਤਾਂ ਮੇਰੇ ਦੋਸਤੋ, ਜਦੋਂ ਐਮਐਸਪੀ ਦੀ ਗਰੰਟੀ ਦੇਗੀ ਉਦੋਂ ਸਰਕਾਰ ਦੀ ਮਜਬੂਰੀ ਬਣੇਗੀ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ। ਸੋ ਇਸ ਲਈ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੀ ਅਪੀਲ ਹੈ, ਇਹ ਲੜਾਈ ਸਰਕਾਰ ਨੇ ਹਰ ਹਾਲ ਦੇ ਵਿੱਚ, ਅਗਰ ਅਸੀਂ ਢਿੱਲੇ ਰਹੇ ਤਾਂ ਜਿਵੇਂ WTO ਕਹਿੰਦਾ ਹੈ ਕਿ 15% ਅਨਾਜ ਹੀ ਖਰੀਦਣਾ ਹੈ, ਤੇ ਇਹ ਉਸ ਨੀਤੀ ਦੇ ਅਗਰ ਚੱਲੇ ਸਾਡੀ ਕਣਕ ਨਹੀਂ ਖਰੀਦੀ ਜਾਏਗੀ, ਸਾਡੀ ਕਿਸੇ ਤਰ੍ਹਾਂ ਵੀ ਝੋਨਾ ਜਾਂ ਹੋਰ ਫਸਲਾਂ ਨਹੀਂ ਖਰੀਦੀਆਂ ਜਾਣਗੀਆਂ। ਮੱਕੀ ਤੁਸੀਂ ਪਹਿਲਾਂ ਦੇਖ ਰਹੇ ਹੋ ਪੰਜਾਬ ਦੇ ਵਿੱਚੋਂ ਕਦੇ ਐਮਐਸਪੀ ਦੇ ਉੱਤੇ ਨਹੀਂ ਖਰੀਦੀ ਗਈ, ਤੁਹਾਡੀਆਂ ਦਾਲਾਂ ਕਦੇ ਐਮਐਸਪੀ ਤੇ ਨਹੀਂ ਖਰੀਦੀਆਂ ਗਈਆਂ। ਸੋ ਇਸ ਲਈ ਸਾਰੀਆਂ ਫਸਲਾਂ ਐਮਐਸਪੀ ਦਾ ਰੇਟ ਐਮਐਸਪੀ ਤੇ ਖਰੀਦਣ ਦੀ ਜਿਹੜੀ ਆ ਪਾਲਿਸੀ ਸਰਕਾਰ ਲੈ ਕੇ ਆਵੇ, ਉਹਦੇ ਤੇ ਕਾਨੂੰਨ ਬਣਾਵੇ। ਇਸ ਗੱਲ ਨੂੰ ਲੈ ਕੇ ਆਪਾਂ ਲੜ ਰਹੇ ਹਾਂ। ਇਹ ਹਜੇ ਅੱਧੀ ਲੜਾਈ ਬਾਕੀ ਹੈ। ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਕਿ ਕਿਰਪਾ ਕਰਕੇ ਤਕੜੇ ਹੋ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਇਸ ਮੋਰਚੇ ਨੂੰ ਮਜ਼ਬੂਤ ਕਰੀਏ। ਅੱਧੀ ਲੜਾਈ ਜਿੱਤ ਲਈ, ਅੱਧੀ ਜਿੱਤਣੀ ਬਾਕੀ ਹੈ, ਉਹ ਸਾਰਿਆਂ ਨੇ ਆਪਾਂ ਨੇ ਲੜ ਕੇ ਜਿੱਤ ਲੈਣੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਕਿਸਾਨਾਂ ਨੂੰ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ, ਉਸ ਦੀ ਜਿੱਥੇ ਆਪ ਸਭ ਨੂੰ ਵਧਾਈ ਮੁਬਾਰਕਬਾਦ ਦੇਣੀ ਬਣਦੀ ਹੈ। ਆਪ ਸਾਰਿਆਂ ਨੇ ਤਕੜੇ ਹੋ ਕੇ ਉਸ ਲੜਾਈ ਨੂੰ ਲੜਿਆ ਹੈ। ਵੱਡੀ ਪੱਧਰ ਦੇ ਉੱਤੇ ਸਾਡੇ ਉਹਨਾਂ ਸ਼ਹੀਦਾਂ ਯੋਧਿਆਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਇਸ ਮੋਰਚੇ ਨੂੰ ਮਜ਼ਬੂਤੀ ਦਿੱਤੀ, ਔਰ ਅੱਜ ਮੋਰਚਾ ਜਿੱਤਿਆ ਗਿਆ। ਜਿੰਨਾ ਜਿੱਤਿਆ ਹਜੇ ਪੂਰਾ ਨਹੀਂ ਜਿੱਤਿਆ ਗਿਆ, ਭਾਵੇਂ ਹਜੇ 50% ਮੋਰਚਾ ਜਿੱਤਿਆ ਗਿਆ, ਇਹਦਾ ਵੀ ਸਿਹਰਾ ਸਾਡੇ ਉਹਨਾਂ ਸ਼ਹੀਦਾਂ ਨੂੰ ਜਾਂਦਾ ਹੈ, ਜਾਂ ਸਾਡੇ NRIs ਵੀਰਾਂ ਨੂੰ ਜਾਂਦਾ ਹੈ, ਜਾਂ ਸਾਡੇ ਉਹਨਾਂ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ, ਜਾਂ ਹਰ ਉਸ ਵਿਅਕਤੀ ਨੂੰ ਜਾਂਦਾ ਹੈ ਜਿਨੇ ਸਾਡੇ ਇਸ ਮੋਰਚੇ ਨੂੰ ਤਕੜਾ ਕੀਤਾ ਤੇ ਮਜ਼ਬੂਤ ਕੀਤਾ ਹੈ। ਪਿਆਰੇ ਦੋਸਤੋ, ਆਪਾਂ 3 ਕਾਨੂੰਨਾਂ ਦੀ ਲੜਾਈ ਲੜਦੇ ਸੀ। 3 ਕਾਨੂੰਨਾਂ ਦੀ ਲੜਾਈ ਲੜਨ ਦਾ ਜਿਹੜਾ ਮੁੱਖ ਕਾਰਨ ਸੀ, ਆਪਾਂ ਇਹ ਗੱਲ ਸਮਝਦੇ ਸੀ ਕਿ ਲੁਕਵੇਂ ਢੰਗ ਦੇ ਨਾਲ ਭਾਰਤ ਸਰਕਾਰ ਸਾਡੀ MSP ਨੂੰ ਖੋਣ ਲੱਗੀ ਹੋਈ ਹੈ, MSP ਖੋਣ ਦੀ ਤਿਆਰੀ 'ਚ ਹੈ। ਜਿਸ ਤਰੀਕੇ ਦੇ ਨਾਲ ਮੰਡੀਆਂ ਖਤਮ ਹੋਣੀਆਂ, ਮੰਡੀਆਂ ਖਤਮ ਕਰਕੇ FCI ਨੂੰ ਖਤਮ ਕਰਨਾ ਤੇ FCI ਖਤਮ ਹੋਣ ਤੋਂ ਬਾਅਦ ਸਾਡੀ MSP ਆਪਣੇ ਆਪ ਖਤਮ ਹੋ ਜਾਣੀ ਸੀ। ਉਹਦੇ ਤੇ ਆਪਾਂ ਤਕੜੇ ਹੋ ਕੇ ਲੜੇ ਆ, ਉੱਥੇ ਨੱਕਾ ਲਾਇਆ, ਉਹਨੂੰ ਰੋਕ ਲਿਆ ਗਿਆ ਭਾਵੇਂ, ਪਰ ਹਜੇ MSP ਦੀ ਲੜਾਈ ਬਾਕੀ ਹੈ। MSP ਦੇ ਉੱਤੇ ਆਪਾਂ ਅੰਦੋਲਨ ਜਾਰੀ ਹੈ ਦੋਸਤੋ, ਕਿਉਂਕਿ ਉਹੀ ਲੜਾਈ ਜਿਹੜੀ ਅਸੀਂ 3 ਕਾਲੇ ਕਾਨੂੰਨਾਂ ਤੇ ਲੜੀ ਹੈ, ਉਹਦਾ ਦੂਸਰਾ ਰੂਪ ਹੀ ਹੈ MSP ਦੀ ਲੜਾਈ। ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਸਾਡਾ ਪੰਜਾਬ ਗਵਰਨਮੈਂਟ ਨੇ ਐਲਾਨ ਕੀਤਾ ਸੀ ਕਿ ਏਕੜ ਦਾ 25 ਕੁਇੰਟਲ ਝੋਨਾ ਹੀ ਖਰੀਦਿਆ ਜਾਏਗਾ, ਤੇ ਜੇ 25 ਕੁਇੰਟਲ ਪ੍ਰਤੀ ਏਕੜ ਝੋਨਾ ਖਰੀਦਣ ਦੀ ਗੱਲ ਸੀ, ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਕਿਸੇ ਕਿਸਾਨ ਦਾ 30 ਕੁਇੰਟਲ ਨਿਕਲਿਆ, ਜਾਂ 32 ਕੁਇੰਟਲ ਨਿਕਲਿਆ, ਜਾਂ 34 ਕੁਇੰਟਲ ਨਿਕਲਿਆ, ਉੱਪਰਲਾ 7-8-9 ਕੁਇੰਟਲ ਝੋਨਾ ਕਿਸੇ ਨੇ ਨਹੀਂ ਖਰੀਦਣਾ ਸੀ। ਇਹਦਾ ਮਤਲਬ ਉਸ 9 ਕੁਇੰਟਲ ਝੋਨੇ ਲਈ ਤੁਹਾਡੀ ਖਰੀਦ ਏਜੰਸੀ, ਤੁਹਾਡੀ ਖਰੀਦ ਪਾਲਿਸੀ ਖਤਮ। ਇਸ ਕਰਕੇ ਇਹਨੇ ਆਹਿਸਤਾ 25 ਕੁਇੰਟਲ ਤੋਂ ਅਗਲੇ ਸਾਲ 24 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 23 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 20 ਕੁਇੰਟਲ ਤੇ ਆਉਣਾ ਸੀ, ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਆ ਰਹੀ ਹੈ, ਰਾਜਸਥਾਨ ਦੇ ਵਿੱਚ ਆ ਰਹੀ ਹੈ। ਸੋ ਇਸ ਕਰਕੇ ਦੋਸਤੋ, ਇਹ ਕਿਉਂ ਹੋ ਰਿਹਾ ਹੈ ਸਾਰਾ ਕੁਝ? ਇਹਦੀ ਮੇਨ ਵਜ੍ਹਾ ਹੈ ਕਿ ਜਿਸ ਗੈਟ ਦੇ ਖਿਲਾਫ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਗੈਟ ਦੇ ਵਿੱਚੋਂ ਨਿਕਲ ਕੇ ਕਾਨੂੰਨ ਆਏ ਨੇ, ਤੇ ਜੇ ਜੋੜੀਏ ਤਾਂ ਲਗਭਗ 22% ਦੇ ਕਰੀਬ ਬਣਦਾ ਹੈ। ਇਹ 22%
ਸਾਡਾ ਅਨਾਜ, ਸਾਡੀਆਂ ਦਾਲਾਂ, ਸਾਡਾ ਤੇਲ ਬੀਜ, ਸਾਡੀਆਂ ਸਬਜ਼ੀਆਂ, ਸਾਡਾ ਫਰੂਟ ਇਹ ਬਾਹਰ ਤੋਂ ਮੰਗਾਇਆ ਜਾਣਾ ਹੈ। ਤੇ ਜਿੰਨਾ ਇਹ ਬਾਹਰ ਤੋਂ ਆਉਣਾ ਹੈ ਉਹਨਾਂ ਸਾਡੇ ਦੇਸ਼ ਦੇ ਕਿਸਾਨਾਂ ਦਾ ਰੁਲਦਾ ਜਾਣਾ ਹੈ। ਉਹਦੀ ਇਸ ਤਰੀਕੇ ਦੇ ਨਾਲ ਇਸ ਖਰੀਦ ਪਾਲਿਸੀ ਤੋਂ ਭੱਜਦੇ ਜਾਣਾ ਸਰਕਾਰ ਨੇ। ਸੋ ਇਸ ਲਈ ਸਾਡੀ ਅਪੀਲ ਆ ਦੋਸਤੋ, ਇਹ ਵੀ ਲੜਾਈ ਉਹੀ ਹੈ ਜੋ ਲੜਾਈ ਅਸੀਂ 3 ਕਾਨੂੰਨਾਂ ਦੀ ਲੜੇ ਆ। MSP ਦੀ ਲੜਾਈ ਵੀ ਉਹੀ ਹੈ। ਆਪ ਸਭ ਨੂੰ ਇੱਕ ਜਾਣਕਾਰੀ ਦੇਣੀ ਬਣਦੀ ਹੈ ਕਿ ਥੋੜੇ ਦਿਨਾਂ ਦੇ ਵਿੱਚ, 1-2 ਦਿਨਾਂ ਦੇ ਵਿੱਚ ਜਨੇਵਾ ਦੇ ਵਿੱਚ WTO ਦੀ ਮੀਟਿੰਗ ਹੋਣ ਲੱਗੀ ਹੈ। ਉਹਦੇ ਵਿੱਚ ਭਾਰਤ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜਿੰਨਾ ਅਨਾਜ ਭਾਰਤ ਦੇ ਵਿੱਚ ਹੁੰਦਾ ਹੈ ਉਹਦੇ ਵਿੱਚੋਂ ਕੇਵਲ 15% ਹੀ ਅਨਾਜ ਭਾਰਤ ਸਰਕਾਰ ਕਿਸਾਨਾਂ ਦਾ ਖਰੀਦੇ, ਬਾਕੀ ਖੁੱਲੀ ਮਾਰਕੀਟ ਤੇ ਛੱਡੇ। ਤਾਂ ਇਹ ਮੇਰੇ ਦੋਸਤੋ, ਅਗਰ ਅਸੀਂ ਅੱਜ ਦੀ ਲੜਾਈ ਨੂੰ ਨਾ ਲੜੇ ਤਕੜੇ ਹੋ ਕੇ ਤਾਂ ਸਰਕਾਰ ਤੁਹਾਡੀ ਫਸਲ ਖਰੀਦਣ ਤੋਂ ਭੱਜੇਗੀ। ਇਸ ਲਈ ਅੱਜ ਤਕੜੇ ਹੋਵੋ। ਸਰਕਾਰ ਤੇ ਤੁਹਾਡਾ ਦਬਾਅ ਬਣਿਆ ਹੋਇਆ ਹੈ। ਜਿਸ ਤਰ੍ਹਾਂ ਦੀਆਂ ਜਿਮਨੀ ਚੋਣਾਂ ਦੀਆਂ ਇਲੈਕਸ਼ਨਾਂ ਦਾ ਰਿਜ਼ਲਟ ਮਿਲਿਆ ਬੀਜੇਪੀ ਨੂੰ, ਔਰ ਆਉਣ ਵਾਲੀਆਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਇਲੈਕਸ਼ਨਾਂ ਹੈ ਉਹਦੇ ਵਿੱਚ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਬੀਜੇਪੀ ਇਸ ਵੇਲੇ ਤੁਹਾਡੀ MSP ਦੀ ਗਰੰਟੀ ਦੇਣ ਲਈ ਵੀ ਤਿਆਰ ਹੋ ਸਕਦੀ ਹੈ ਅਗਰ ਤੁਸੀਂ ਤਕੜੇ ਹੋ ਕੇ ਲੜਦੇ ਹੋ ਤਾਂ ਮੇਰੇ ਦੋਸਤੋ, ਜਦੋਂ MSP ਦੀ ਗਰੰਟੀ ਦੇਗੀ ਉਦੋਂ ਸਰਕਾਰ ਦੀ ਮਜਬੂਰੀ ਬਣੇਗੀ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ। ਸੋ ਇਸ ਲਈ ਇੱਕ ਤੀਰ ਦੇ ਨਾਲ 2 ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੀ ਅਪੀਲ ਹੈ, ਇਹ ਲੜਾਈ ਸਰਕਾਰ ਨੇ ਹਰ ਹਾਲ ਦੇ ਵਿੱਚ, ਅਗਰ ਅਸੀਂ ਢਿੱਲੇ ਰਹੇ ਤਾਂ ਜਿਵੇਂ WTO ਕਹਿੰਦਾ ਹੈ ਕਿ 15% ਅਨਾਜ ਹੀ ਖਰੀਦਣਾ ਹੈ, ਤੇ ਇਹ ਉਸ ਨੀਤੀ ਤੇ ਅਗਰ ਚੱਲੇ ਸਾਡੀ ਕਣਕ ਨਹੀਂ ਖਰੀਦੀ ਜਾਏਗੀ, ਸਾਡੀ ਕਿਸੇ ਤਰ੍ਹਾਂ ਵੀ ਝੋਨਾ ਜਾਂ ਹੋਰ ਫਸਲਾਂ ਨਹੀਂ ਖਰੀਦੀਆਂ ਜਾਣਗੀਆਂ। ਮੱਕੀ ਤੁਸੀਂ ਪਹਿਲਾਂ ਦੇਖ ਰਹੇ ਹੋ ਪੰਜਾਬ ਦੇ ਵਿੱਚੋਂ ਕਦੇ MSP ਦੇ ਉੱਤੇ ਨਹੀਂ ਖਰੀਦੀ ਗਈ, ਤੁਹਾਡੀਆਂ ਦਾਲਾਂ ਕਦੇ MSP ਤੇ ਨਹੀਂ ਖਰੀਦੀਆਂ ਗਈਆਂ। ਸੋ ਇਸ ਲਈ ਸਾਰੀਆਂ ਫਸਲਾਂ MSP ਦਾ ਰੇਟ, MSP ਦੇ ਖਰੀਦਣ ਦੀ ਜਿਹੜੀ ਆ ਪਾਲਿਸੀ ਸਰਕਾਰ ਲੈ ਕੇ ਆਵੇ, ਉਹਦੇ ਤੇ ਕਾਨੂੰਨ ਬਣਾਵੇ। ਇਸ ਗੱਲ ਨੂੰ ਲੈ ਕੇ ਆਪਾਂ ਲੜ ਰਹੇ ਹਾਂ। ਇਹ ਹਜੇ ਅੱਧੀ ਲੜਾਈ ਬਾਕੀ ਹੈ। ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਕਿ ਕਿਰਪਾ ਕਰਕੇ ਤਕੜੇ ਹੋ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਇਸ ਮੋਰਚੇ ਨੂੰ ਮਜ਼ਬੂਤ ਕਰੀਏ। ਅੱਧੀ ਲੜਾਈ ਜਿੱਤ ਲਈ, ਅੱਧੀ ਜਿੱਤਣੀ ਬਾਕੀ ਹੈ, ਉਹ ਸਾਰਿਆਂ ਨੇ ਆਪਾਂ ਨੇ ਲੜ ਕੇ ਜਿੱਤ ਲੈਣੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।